ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ। ਪੁਸਤਕ ਪੂਰਨ ਸੋਈ ਸੰਤ ਲੜੀਵਾਰ। ਸਭ ਤੋਂ ਪਹਿਲੇ ਬਾਬਾ ਜੀ ਨੇ ਬਾਪੂ ਈਸਰ ਦਾਸ ਦੀ ਸੰਗਤ ਕੀਤੀ, ਜੋ ਬਾਪੂ ਆਤਮਾ ਰਾਮ ਜੀ ਦੇ ਛੋਟੇ ਭਰਾ ਸਨ। ਈਸਰ ਦਾਸ ਜੀ ਮਾਤਾ ਦੇ ਬਹੁਤ ਵੱਡੇ ਭਗਤ ਸਨ ਤੇ ਡੋਲੀਆਂ ਖਿਡਾਉਂਦੇ ਹੁੰਦੇ ਸਨ। ਬਾਬਾ ਜੀ ਬਾਪੂ ਈਸਰ ਦਾਸ ਜੀ ਦੇ ਨਾਲ ਰਹਿਣ ਲੱਗ ਪਏ ਤੇ ਉਹਨਾਂ ਕੋਲੋਂ ਡੋਲੀਆਂ ਖਿਡਾਉਣ ਤੇ ਹੋਰ ਇਸ ਤਰ੍ਹਾਂ ਦੀਆਂ ਵਿਦਿਆਵਾਂ ਸਿੱਖ ਲਈਆਂ। ਬਾਬਾ ਜੀ ਨੇ 20 ਫੇਰੇ ਡੋਲੀਆਂ ਖਿਡਾਉਣ ਵਾਲਾ ਕੰਮ ਸ਼ੁਰੂ ਕਰ ਦਿੱਤਾ। ਬਾਬਾ ਜੀ ਨੇ ਜੋਤਿਸ਼ ਵਿਦਿਆ ਵੀ ਸਿੱਖ ਲਈ ਤੇ ਤਾਰਿਆਂ ਦੀ ਦਿਸ਼ਾ ਦੇਖ ਕੇ ਜੋਤਿਸ਼ ਲਾਉਣਾ ਵੀ ਸ਼ੁਰੂ ਕਰ ਦਿੱਤਾ। ਦੂਰ ਦੂਰ ਤੱਕ ਬਾਬਾ ਜੀ ਦੇ ਇਸ ਕੰਮ ਵਿੱਚ ਮੁਹਾਰਤ ਦੀ ਪ੍ਰਸ਼ੰਸਾ ਹੋਣ ਲੱਗੀ। ਇਹ ਕਿਰਿਆਵਾਂ ਤਾਂ ਇੱਕ ਬਹਾਨਾ ਹੀ ਸਨ, ਅਸਲ ਵਿੱਚ ਤਾਂ ਪਿਛਲੇ ਜਨਮਾਂ ਦੀ ਕਮਾਈ ਵਰਤ ਰਹੀ ਸੀ। ਬਾਬਾ ਜੀ ਆ ਵੀ ਵਚਨ ਕਰਦੇ ਹੁੰਦੇ ਸਨ ਕਿ ਪੁੱਤ, ਅਸੀਂ ਵੀ ਜਦ ਗੁਰਮਤਿ ਦੇ ਧਾਰਨੀ ਨਹੀਂ ਹੋਏ ਸੀ, ਇਹ ਕਈ ਤਰ੍ਹਾਂ ਦੇ ਪਖੰਡ ਅਸੀਂ ਵੀ ਕਰਦੇ ਹੁੰਦੇ ਸੀ। ਐਸਾ ਕੋਈ ਕੰਮ ਨਹੀਂ ਜਿਹੜਾ ਅਸੀਂ ਨਹੀਂ ਕੀਤਾ। ਸਭ ਰਸ ਚੱਕੇ ਹਨ, ਕਿੰਗ ਵਜਾਉਣੀ, ਘੋਲਾਂ ਕਰਨੀਆਂ, ਡੋਲੀਆਂ ਖਿਡਾਉਣੀਆਂ, ਜੋਤਿਸ਼ ਲਾਉਣਾ ਆਦਿ ਕਈ ਰਸ ਚੱਕੇ ਹਨ। ਬਾਬਾ ਜੀ ਪੰਕਤੀ ਵੀ ਸੁਣਾਉਂਦੇ ਹੁੰਦੇ ਸਨ ਕਿ ਚੱਕ ਛੋਟੀ ਸਹਿਸਾ ਨਹੀਂ ਕੋਏ, ਪਰ ਪੁੱਤ ਇਹਨਾਂ ਕਾਰਜਾਂ ਦੇ ਵਿੱਚ ਸਿਵਾਏ ਕਾਲਕ ਤੋਂ ਹੋਰ ਕੁਝ ਵੀ ਨਹੀਂ ਰੱਖਿਆ। ਇਹਨਾਂ ਵਿੱਚ ਮੂੰਹ ਵੀ ਕਾਲਾ ਤੇ ਪੈਰ ਵੀ ਕਾਲੇ। ਬਾਬਾ ਜੀ ਜਦ ਡੋਲੀਆਂ ਖਿਡਾਉਂਦੇ ਹੁੰਦੇ ਸਨ ਤਾਂ ਜੋ ਵੀ ਮਾਇਆ ਪੇਟਾ ਹੁੰਦੀ ਸੀ ਉਹ ਆਪਣੇ ਕੋਲ ਨਹੀਂ ਰੱਖਦੇ ਸਨ। ਸਾਰੀ ਮਾਇਆ ਘਰ ਵਿੱਚ ਜੋ ਖੂਹ ਸੀ ਉਸ ਵਿੱਚ ਸੁੱਟ ਦਿੰਦੇ ਸਨ। ਮਾਇਆ ਤੋਂ ਇਹ ਨਿਰਲੇਪਤਾ ਦਰਗਾਹੀ ਹੀ ਸੀ। ਇਹ ਬਹੁਤ ਵੱਡੀ ਨਿਸ਼ਾਨੀ ਸੀ ਕਿ ਕੋਈ ਬਖਸ਼ੀ ਰੂਹ ਸੰਸਾਰ ਤੇ ਆਈ ਹੋਈ ਹੈ। ਬਾਬਾ ਈਸਰ ਦਾਸ ਜੀ ਦੇ ਪ੍ਰਭਾਵ ਹੇਠ ਬਾਬਾ ਜੀ ਮਾਤਾ ਵੈਸ਼ਨੋ ਦੇਵੀ ਦੇ ਵੀ ਬਹੁਤ ਵੱਡੇ ਭਗਤ ਬਣ ਗਏ ਸਨ। ਹਰ ਸਾਲ ਸੰਗਤ ਲੈ ਕੇ ਦਰਸ਼ਨਾਂ ਨੂੰ ਜਾਂਦੇ ਸਨ। ਬਾਬਾ ਜੀ ਨੂੰ ਰਿੱਧੀਆਂ ਸਿੱਧੀਆਂ ਵੀ ਬਹੁਤ ਫੁਰਨ ਲੱਗ ਪਈਆਂ ਸਨ। ਉਹ ਸਮਾਂ ਨਜ਼ਦੀਕ ਆ ਰਿਹਾ ਸੀ ਜਦ ਰੱਬ ਵੱਲੋਂ ਲੱਗੀ ਦਰਗਾਹੀ ਡਿਊਟੀ ਨੂੰ ਨਿਭਾਉਣ ਲਈ ਬਾਬਾ ਜੀ ਨੇ ਸੰਸਾਰ ਤੇ ਪ੍ਰਗਟ ਹੋਣਾ ਸੀ। ਬਖਸ਼ਿਸ਼ ਤਾਂ ਸਾਰੀ ਧੁਰ ਦਰਗਾਹੀ ਹੀ ਵਰਤ ਰਹੀ ਸੀ, ਪਰ ਸੰਸਾਰਿਕ ਪ੍ਰਕਿਰਿਆਵਾਂ ਨੇ ਵੀ ਆਪਣੇ ਢੰਗ ਨਾਲ ਚੱਲਣਾ ਸੀ। ਇੱਕ ਮਿੱਥੇ ਸਮੇਂ ਤੇ ਹੀ ਕਾਰਜ ਹੋਣੇ ਸਨ। ਜਿਸ ਦਰਗਾਹੀ ਡਿਊਟੀ ਲਈ ਬਾਬਾ ਜੀ ਸੰਸਾਰ ਤੇ ਆਏ ਸਨ, ਕਈ ਤਰ੍ਹਾਂ ਦੀ ਗੈਬੀ ਸ਼ਕਤੀਆਂ ਵਾਲੇ ਕੌਤਕ ਬਾਬਾ ਜੀ ਜੀਵਨ ਵਿੱਚ ਆਮ ਹੋ ਰਹੇ ਸਨ। ਇੱਕ ਵਾਰ ਜੰਮੂ ਦੇ ਰਾਜੇ ਦੇ ਮਨ ਵਿੱਚ ਆਇਆ, ਇੱਥੇ ਵੈਸ਼ਨੋ ਦੇਵੀ ਤੇ ਸਾਧੂ ਬੜੇ ਦਰਸ਼ਨਾਂ ਨੂੰ ਆਉਂਦੇ ਹਨ। ਰੌਲਾ ਪਾਉਂਦੇ ਆਉਂਦੇ ਹਨ ਤੇ ਰੌਲਾ ਪਾਉਂਦੇ ਜਾਂਦੇ ਹਨ। ਦੇਖੀਏ ਤੇ ਸਹੀ ਇਹਨਾਂ ਵਿੱਚ ਕੋਈ ਕਮਾਈ ਵਾਲਾ ਸਾਧ ਹੈ ਵੀ ਕਿ ਨਹੀਂ। ਉਸ ਰਾਜੇ ਨੇ ਸਾਧੂਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਤੇ ਫੜ ਕੇ ਉਹਨਾਂ ਸਾਧੂਆਂ ਨੂੰ ਪੁੱਛਿਆ ਕਰੇ ਕਿ ਘੋੜੀ ਦੇ ਪੇਟ ਵਿੱਚ ਦੱਸੋ ਨਰ ਹੈ ਕਿ ਮਾਦਾ। ਇਸ ਤਰ੍ਹਾਂ ਕਈ ਸਾਧੂਆਂ ਨੂੰ ਪੁੱਛਿਆ ਤੇ ਜਦ ਕੋਈ ਦੱਸ ਨਾ ਪਾਵੇ ਤਾਂ ਉਹਨਾਂ ਸਾਧੂਆਂ ਨੂੰ ਕੈਦ ਕਰ ਲਿਆ ਕਰੇ। ਇੱਕ ਦਿਨ ਬਾਬਾ ਜੀ ਵੀ ਉਸ ਰਸਤੇ ਜਾਂਦੇ ਹੋਏ ਉਸ ਰਾਜੇ ਦੇ ਹੱਥ ਆ ਗਏ। ਰਾਜੇ ਨੇ ਇੱਕ ਘੋੜੀ ਲੈ ਕੇ ਆਂਦੀ ਤੇ ਪੁੱਛਿਆ ਕਿ ਬਾਬਾ ਜੀ, ਇਸ ਦੇ ਗਰਭ ਵਿੱਚ ਜੋ ਬੱਚਾ ਹੈ ਉਹ ਨਰ ਹੈ ਜਾਂ ਮਾਦਾ। ਬਾਬਾ ਜੀ ਉਸ ਰਾਜੇ ਨੂੰ ਕਹਿੰਦੇ ਕਿ ਰਾਜਨ, ਅਸੀਂ ਤੈਨੂੰ ਦੱਸ ਤਾਂ ਦਈਏ, ਪਰ ਤੂੰ ਸਾਨੂੰ ਅਜਮਾਉਣ ਲਈ ਫਿਰ ਘੋੜੀ ਦਾ ਕਤਲ ਕਰੇਗਾ ਤੇ ਇਸ ਤਰ੍ਹਾਂ ਤੂੰ ਇੱਕ ਨਹੀਂ ਦੋ ਜੀਵਾਂ ਦੀ ਹੱਤਿਆ ਕਰੇਗਾ। ਇਹ ਜਵਾਬ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ। ਉਸਨੇ ਵਾਅਦਾ ਕੀਤਾ ਕਿ ਉਹ ਘੋੜੀ ਦੀ ਹੱਤਿਆ ਨਹੀਂ ਕਰੇਗਾ। ਬਾਬਾ ਜੀ ਉਸਨੂੰ ਕਹਿੰਦੇ ਕਿ ਰਾਜਨ, ਤੂੰ ਟਲਣਾ ਨਹੀਂ, ਪਰ ਹੁਣ ਤੇਰੇ ਅਤਿਆਚਾਰ ਦਾ ਅੰਤ ਆ ਗਿਆ ਹੈ। ਬਾਬਾ ਜੀ ਨੇ ਉਸਨੂੰ ਦੱਸਿਆ ਕਿ ਇਸ ਦੇ ਗਰਭ ਵਿੱਚ ਮਾਦਾ ਹੈ। ਵਾਕਿਆ ਹੀ ਬਾਬਾ ਜੀ ਦਾ ਇਹ ਜਵਾਬ ਸੁਣ ਕੇ ਰਾਜਾ ਟਲਿਆ ਨਹੀਂ ਤੇ ਉਸਨੇ ਬੁੱਚੜਖਾਨੇ 'ਚ ਜਾ ਕੇ ਘੋੜੀ ਦਾ ਕਤਲ ਕਰਵਾ ਦਿੱਤਾ। ਘੋੜੀ ਦੇ ਗਰਭ 'ਚ ਦੇਖਿਆ ਤਾਂ ਮਾਦਾ ਸੀ। ਰਾਜਾ ਇਹ ਗੱਲ ਸਮਝ ਗਿਆ ਕਿ ਇਹ ਕੋਈ ਕਮਾਈ ਵਾਲਾ ਸਾਧੂ ਹੈ। ਉਹ ਫਿਰ ਬੜਾ ਪਛਤਾਇਆ ਕਿ ਮੈਂ ਸਾਧੂਆਂ ਦੀ ਪਰਖ ਲੈਂਦਾ ਲੈਂਦਾ ਆਪ ਬਹੁਤ ਵੱਡਾ ਪਾਪ ਕਰ ਬੈਠਾ ਹਾਂ। ਜੋ ਬਚਨ ਵੀ ਹੈ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੇ, ਆਵੇ ਆਪ ਲਿਖਾਏ। ਉਸਨੇ ਬਾਬਾ ਜੀ ਦੇ ਕੋਲ ਆ ਕੇ ਵੀ ਬੜਾ ਪਛਤਾਵਾ ਕੀਤਾ ਤੇ ਮੁਆਫੀਆਂ ਮੰਗੀਆਂ। ਬਾਬਾ ਜੀ ਨੇ ਬਚਨ ਕੀਤਾ ਕਿ ਰਾਜਨ, ਇਹ ਤੂੰ ਬਹੁਤ ਮਾੜਾ ਕਰਮ ਕਮਾਇਆ ਹੈ। ਤੂੰ ਦੋ ਜੀਵਾਂ ਦੀ ਹੱਤਿਆ ਕੀਤੀ ਹੈ। ਇਹ ਕਰਮ ਤੈਨੂੰ ਭੋਗਣੇ ਪੈਣਗੇ। ਪਾਪਾ ਕਮਾਣੇ ਛੱਡੇ ਨਾਹੀ, ਲੈ ਚੱਲੇ ਘੱਤ ਗਲਾਵਿਆ।
राजा जारो जान हो के रोन लगा कि बाबा जी हुण कोई तरीका दसो जिस नाल मेरी भुल बख्शाई जावे। बाबा जी कहते कि राजन समा आउण ते तैनूं जुगती भी पता लगेगी, पर हुण तेरा ही पछतावा है कि तू जितने भी साधु कैद कीते हन उन्हां सब नूं छड्ड दे। राजे ने सब साधुओं नूं छड्ड दिता। उसने बाबा जी नूं अपने कोल ठहरन लई बेनती कीती। बाबा जी कहते कि राजन तू नाम जपिया कर, असीं साधुओं की संगत विच ही ठहरदे हां। इस तरह उस राजे नूं मत दे के बाबा जी अगे चले गए। इस तरह एक बार अमृतसर साहिब शहर में एक जत्था माता नैना देवी ਦੇ दर्शन करने ਲਈ गया। बाबा जी भी उस जत्थे ਦੇ ਨਾਲ दर्शन करने ਲਈ ਚੱਲ ਪਏ। बाबा जी दसते सन कि बाकी सारे ते अगे अगे आपो अपनियां संसारिक गल्लां विच रुझे होए सन ते असीं जत्थे ਦੇ ਪਿੱਛੇ इकल्ले सिमरन करदे तुरे ਜਾਂਦੇ ਸੀ। जो सानू भूआ जी ने लाग लाई सी, बचन भी है थोड़ा बोलन बोल ना झक झखाया। पहाड़ां विच पहुंचे तां उत्थे रौला पै गया कि शेर आ गया, शेर आ गया। सारे जत्थे दी संगत पिछे नूं भज्जी, भगदड़ मच गई। कई हेठ उपर डिगे ते बथेरिਆਂ नूं सट्टां भी लगियां, कई जख्मी हो गए, पर असीं अपने सिमरन विच मस्त रहे। थोड़े दिन बाद कोई सज्जन साडे कोल आए ते सानू कहंदे कि बाबा जी उत्थे ते शेर आ गया सी, असीं ते सारे बुरी तरह जख्मी हो गए सी, तुहानूं नहीं सी कुछ होया। बाबा जी उन्होंने कहंदे गए ते तीर्थ यात्रा ते सी, गल्लां सारियां आल पताल करदे सी, फिर कै काम ना आवई, बोले फातल बार। उत्थे शेर ना आउंदा ते होर की आउंदा, असीं ते परमेश्वर दा सिमरन करदे रहे, सानू ते शेर ने कुछ ना किया। स्वैसी प्रीत परमेश्वर दे नाल बनदी जा रही सी, जुड़ी तां धुर दरगाहों ही होई सी, बस समय के अनुसार प्रगट हो रही सी। वैदगी बाबा जी बहुत समा हुण वाहिगुरू सिमरन विच ही बतीत करन लग पए सन। बाबा जी दी जद दूर दूर तक महिमा होण लगी तां कई प्रकार के रोगियां ने भी तंदुरुस्ती लई आउणा शुरू कर दिता। बाबा जी ने वैद हकीमां कोलों ते धुर दरगाही बख्शिश नाल दवाई भी बनाउणी सिख लई। बड़े बड़े गंभीर रोग बाबा जी की इस दवाई नाल ठीक हो रहे सन। ये सब सिमरन की ही बरकत सी। बाबा जी नूं जड़ी बूटियां का भी बहुत ज्ञान सी। बाबा जी नूं इहो जिहियां बूटियां का भी ज्ञान सी कि उस बूटी तो तैयार की दवाई की एक गोली बहुत ही सर्दी विच भी देण तां सर्दी विच भी पसीना छुट जांदा सी। एक होर बूटी बारे भी बाबा जी दसते हुंदे सन कि उस बूटी की जड़ में सप रहिंदा है ते वो सप बड़ा जहरीला हुंदा है। उस बूटी नूं कुट्टण लग्गियां पहले पानी गर्म करके उसकी जड़ में पाउणा पैंदा है। काफ़ी चिर गर्म पानी जड़ में पाउंदे रहो ते फिर उस बूटी नूं पुट्टिया जांदा है। बाबा जी फुल्लां दी घाटी उत्तराखंड विखे मिलण वाले एक फुੱਲ बारे भी दसते हुंदे सन कि असीं उत्थे जे फुੱਲ भी देखे कि कोई आदमी उस फुੱਲ दे उत्तों लंघ जावे उसनूं दिखना बंद हो जाता है, ते जे वो वापस पिछे नूं उस वेले फुੱਲ तो लंघ जावे तो उसनूं दिसन लग पैंदा है। ऐसा जड़ियां बूटियां दा बाबा जी का ज्ञान सी। नेपाल के राजे नूं ठीक करना बाबा जी हर पासे अध्यात्म की खोज में लगे हुए सन ते बड़ी बड़ी दूर तक खोज में तुरे रहंदे सन। इस खोज में बाबा जी एक बार नेपाल विखे आए। उस समय नेपाल का एक राजा बड़ा बीमार सी। उसने बड़ा इलाज करवाया पर उसनों कितों भी आराम नहीं आ रहा सी। नेपाल विखे बाबा जी ने उन्होंने कोल ठहरे सन। उन्होंने बाबा जी ने दसिया कि भगत जी साडा राजा बहुत बीमार है, उसनों कितों भी आराम नहीं आ रहा, तुसी भी दवाई दारू कर लेंदे हो, तुसी ही कोई कृपा करो। बाबा जी उन्होंने कहते कि भाई असी दवाई दारू करके देख लेंदे हाँ, अगों की होना है, ये रजा उहदी है। उही बाबा जी ने राजे को लैके आए। राजे ने देख के बाबा जी ने राजे को हीरा मंगवाउण नूं कहा। राजे ने हीरा मंगवाया ते बाबा जी ने उस हीरे नाल दवाई तैयार की। दवाई दीयां 3 पुड़ियां बना के राजे नूं दित्तियां ते हिदायत की कि राजन जे तैनूं एक पुड़ी खा के आराम आ जावे
ਤਾਂ ਦੂਜੀ ਨਹੀਂ ਖਾਣੀ। ਜੇ 2 ਖਾ ਕੇ ਆਰਾਮ ਆ ਜਾਵੇ ਤਾਂ ਤੀਜੀ ਨਹੀਂ ਖਾਣੀ। ਭਾਵ ਜਿੰਨੀਆਂ ਵੀ ਪੁੜੀਆਂ ਨਾਲ ਆਰਾਮ ਆ ਜਾਵੇ ਉਸ ਤੋਂ ਬਾਅਦ ਇੱਕ ਵੀ ਪੁੜੀ ਨਹੀਂ ਖਾਣੀ। ਰਾਜੇ ਨੇ 2 ਪੁੜੀਆਂ ਖਾਧੀਆਂ ਤੇ ਰਾਜਾ ਠੀਕ ਹੋ ਗਿਆ। 2-3 ਦਿਨਾਂ ਵਿੱਚ ਹੀ ਰਾਜਾ 9 ਪਰ 9 ਹੋ ਗਿਆ। ਬਚਨ ਵੀ ਹੈ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਨ। ਉਸ ਰਾਜੇ ਨੇ ਫਿਰ ਬਾਬਾ ਜੀ ਨੂੰ ਦੱਸਿਆ ਕਿ ਸਾਡੇ ਪੜਦਾਦਾ ਜੀ ਨੂੰ ਵੀ ਇਸ ਤਰ੍ਹਾਂ ਦਾ ਹੀ ਕੋਈ ਰੋਗ ਹੋ ਗਿਆ ਸੀ। ਉਸ ਸਮੇਂ ਵੀ ਇੱਕ ਸਾਧੂ ਇਸ ਜਗ੍ਹਾ ਤੇ ਆਇਆ ਸੀ ਤੇ ਉਸਨੇ ਵੀ ਇਸੇ ਤਰ੍ਹਾਂ ਹੀ ਦਵਾਈ ਬਣਾ ਕੇ ਦਿੱਤੀ ਸੀ ਜਿਸ ਤਰ੍ਹਾਂ ਤੁਸੀਂ ਦਿੱਤੀ ਹੈ। ਉਹ ਸਾਧੂ ਫਿਰ ਇੱਥੇ ਹੀ ਰਹਿਣ ਲੱਗ ਪਿਆ ਸੀ ਤੇ ਅਸੀਂ ਉਸ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਹੈ। ਰਾਜਾ ਬਾਬਾ ਜੀ ਨੂੰ ਉਸ ਸਥਾਨ ਤੇ ਵੀ ਲੈ ਕੇ ਆਇਆ। ਉੱਥੇ ਇੱਕ ਸ਼ਿਲਾ ਉੱਪਰ ਉਸ ਮਹਾਤਮਾ ਜੀ ਦਾ ਨਾਮ ਵੀ ਲਿਖਿਆ ਹੋਇਆ ਸੀ। ਬਾਬਾ ਜੀ ਨੇ ਉਸ ਸ਼ਿਲਾ ਉੱਪਰੋਂ ਮਹਾਤਮਾ ਜੀ ਦਾ ਨਾਮ ਪੜ੍ਹਿਆ ਤਾਂ ਉੱਥੇ ਬਾਬਾ ਭਗਵਾਨ ਦਾਸ ਪਿੰਡ ਕਨੂਪੁਰ ਕਾਲੇ ਅੰਮ੍ਰਿਤਸਰ ਲਿਖਿਆ ਹੋਇਆ ਸੀ। ਬਾਬਾ ਜੀ ਬਾਬਾ ਭਗਵਾਨ ਦਾਸ ਜੀ ਦਾ ਨਾਮ ਪੜ੍ਹ ਕੇ ਰਾਜੇ ਨੂੰ ਕਹਿੰਦੇ, ਇਹ ਤਾਂ ਸਾਡੇ ਪੜਦਾਦਾ ਜੀ ਸਨ, ਇਹ ਬਹੁਤ ਭਜਨ ਬੰਦਗੀ ਵਾਲੇ ਸਨ ਤੇ ਸੰਸਾਰ ਤੋਂ ਉਪਰਾਮ ਚਿਤ ਸਨ। ਇਹਨਾਂ ਨੇ ਘਰ ਛੱਡ ਦਿੱਤਾ ਸੀ ਤੇ ਫਿਰ ਪਤਾ ਹੀ ਨਹੀਂ ਲੱਗਾ ਕਿ ਕਿੱਥੇ ਚਲੇ ਗਏ। ਇਹ ਇੱਥੇ ਤੁਹਾਡੇ ਕੋਲ ਆ ਗਏ ਸਨ। ਇਹ ਸੁਣ ਕੇ ਰਾਜਾ ਬੜਾ ਅਚਰਜ ਹੋਇਆ। ਉਸਨੇ ਬਾਬਾ ਜੀ ਦਾ ਕੋਟ ਸ਼ੁਕਰਾਨਾ ਕੀਤਾ। ਬਾਬਾ ਜੀ ਨੇ ਗੁਰਦੁਆਰਾ ਸੰਗਤਸਰ ਸਾਹਿਬ ਕਨੂਪੁਰ ਕਾਲੇ ਵਿਖੇ ਬਾਬਾ ਹਰਦਿੱਤਾ ਜੀ ਦੇ ਸਥਾਨ ਤੇ ਜੋ ਗੁਰਦੁਆਰਾ ਸਾਹਿਬ ਬਣਾਇਆ ਸੀ, ਬਾਬਾ ਜੀ ਵਚਨ ਕਰਿਆ ਕਰਦੇ ਸਨ ਕਿ ਅਸੀਂ ਗੁਰਦੁਆਰਾ ਸਾਹਿਬ ਦਾ ਨਕਸ਼ਾ ਬਾਬਾ ਭਗਵਾਨ ਦਾਸ ਜੀ ਦੇ ਸਥਾਨ ਨੇਪਾਲ ਤੋਂ ਹੀ ਲੈ ਕੇ ਆਏ ਸੀ। ਉਹ ਰਾਜਾ ਫਿਰ ਹਰ ਸਾਲ ਉਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਲੱਗ ਪਿਆ ਤੇ ਬਾਬਾ ਜੀ ਨੇ ਉਸ ਸਥਾਨ ਤੇ ਜਾਂਦੇ ਰਹਿੰਦੇ ਸਨ। ਇੱਕ ਵਾਰ ਬਾਬਾ ਜੀ ਦੇ ਜੀਵਨ ਸਾਥੀ ਮਾਤਾ ਹਰਬੰਸ ਕੌਰ ਜੀ ਵੀ ਬਾਬਾ ਜੀ ਦੇ ਨਾਲ ਨੇਪਾਲ ਵਿਖੇ ਇਸ ਸਥਾਨ ਤੇ ਆਏ। ਰਾਜੇ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਤੇ ਬਾਬਾ ਜੀ ਤੇ ਮਾਤਾ ਜੀ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਜਦ ਭੋਗ ਪਿਆ ਤਾਂ ਰਾਜੇ ਨੇ ਬਾਬਾ ਜੀ ਨੂੰ ਅਰਦਾਸ ਕਰਨ ਦੀ ਬੇਨਤੀ ਕੀਤੀ। ਬਾਬਾ ਜੀ ਨੇ ਅਰਦਾਸ ਕੀਤੀ ਤੇ ਅੰਤੇ ਪੜਿਆ, ਬਖਸ਼ ਗੁਰੂ ਦੀ ਤੇ ਟਹਿਲ ਪਾਣੀ ਨਾਈਆਂ ਝੀਵਰਾ ਛੀਪਿਆਂ ਦਾ। ਇਹ ਅਰਦਾਸ ਸੁਣ ਕੇ ਰਾਜੇ ਦੀਆਂ ਰਾਣੀਆਂ ਤੇ ਬਾਬਾ ਜੀ ਨੂੰ ਕਿਹਾ ਕਿ ਭਗਤ ਜੀ, ਇਹ ਤਾਂ ਤੁਸੀਂ ਨੀਵੀਆਂ ਜਾਤਾਂ ਵਾਲੇ ਦੀ ਅਰਦਾਸ ਕੀਤੀ ਹੈ, ਸਾਡਾ ਤਾਂ ਨਾਮ ਕਿਤੇ ਲਿਆ ਹੀ ਨਹੀਂ, ਸਾਡੀ ਵੀ ਅਰਦਾਸ ਕਰੋ। ਬਾਬਾ ਜੀ ਉਹਨਾਂ ਨੂੰ ਕਹਿੰਦੇ ਕਿ ਤੁਹਾਡੀ ਵੀ ਅਰਦਾਸ ਕਰ ਦਿੰਦੇ ਹਾਂ। ਬਾਬਾ ਜੀ ਨੇ ਫਿਰ ਅਰਦਾਸ ਕੀਤੀ, ਬਖਸ਼ ਗੁਰੂ ਦੀ ਟਹਿਲ ਪਾਣੀ ਨਾਈਆਂ ਝੀਵਰਾਂ ਛੀਪਿਆਂ ਦਾ। ਇਹ ਸੁਰਖੀ ਬਿੰਦੀ ਮਹਿਲਾਂ ਦੀਆਂ ਰਾਣੀਆਂ ਦੀ। ਇਹ ਅਰਦਾਸ ਸੁਣ ਕੇ ਉਹ ਰਾਜਾ ਤੇ ਰਾਣੀਆਂ ਬਹੁਤ ਹੈਰਾਨ ਹੋਈਆਂ। ਬਾਬਾ ਜੀ ਫਿਰ ਉਹਨਾਂ ਰਾਣੀਆਂ ਨੂੰ ਕਹਿੰਦੇ ਕਿ ਤੁਸੀਂ ਕਾਹਦੀਆਂ ਰਾਣੀਆਂ ਹੋ, ਤੁਸੀਂ ਤੇ ਆਪਣਾ ਸਾਰਾ ਸਮਾਂ ਹਾਰ ਸ਼ਿੰਗਾਰ ਵਿੱਚ ਹੀ ਵਿਅਰਥ ਗਵਾ ਰਹੀਆਂ ਹੋ, ਹਰ ਵੇਲੇ ਵਿਸ਼ੇ ਵਿਕਾਰਾਂ ਵਿੱਚ ਗਲਤਾਂ ਰਹਿੰਦੀਆਂ ਹੋ। ਤੁਸੀਂ ਖੁਆਰ ਭਏ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੋਲ ਖੋਇਓ, ਸਿਰ ਧਰਮ ਰਾਏ ਕਾ ਡੰਡ ਪਰੇ। ਮਾਤਾ ਹਰਬੰਸ ਕੌਰ ਵਾਲੇ ਇਸ਼ਾਰਾ ਕਰਕੇ ਕਹਿੰਦੇ ਕਿ ਰਾਣੀ ਤਾਂ ਇਹ ਹੈ ਜੋ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਦੀ ਹੈ ਤੇ ਹਿਰਦੇ ਵਿੱਚ ਪ੍ਰਮਾਤਮਾ ਦਾ ਸਿਮਰਨ ਕਰਦੀ ਹੈ। ਗੁਰੂ ਸਾਹਿਬ ਵੀ ਬਚਨ ਕਰਦੇ ਹਨ, ਅਜਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਫਿਰ ਕੇ ਰੰਗ ਸਵਾਰੀ ਦਿਓ। ਬਾਬਾ ਜੀ ਤੇ ਕੋਲੋਂ ਬਚਨ ਸੁਣ ਕੇ ਉਹ ਰਾਣੀਆਂ ਫਿਰ ਬੜਾ ਸ਼ਰਮਿੰਦਾ ਹੋਈਆਂ। ਉਸ ਦਿਨ ਤੋਂ ਬਾਅਦ ਬਾਬਾ ਜੀ ਹਮੇਸ਼ਾ ਮਾਤਾ ਹਰਬੰਸ ਕੌਰ ਜੀ ਨੂੰ ਰਾਣੀ ਕਹਿ ਕੇ ਹੀ ਬੁਲਾਇਆ ਕਰਦੇ ਸਨ। ਹਰਦੁਆਰ ਪਖੰਡੀ ਸਾਧੂ ਨਾਲ ਭੇਟ। ਅਧਿਆਤਮ ਦੀ ਖੋਜ ਵਿੱਚ ਹੀ ਬਾਬਾ ਜੀ ਅਨੇਕਾਂ ਤੀਰਥ ਸਥਾਨਾਂ ਤੇ ਵੀ ਜਾਣ ਲੱਗ ਪਏ ਸਨ ਤਾਂ ਕਿ ਕਿਸੇ ਜੁੜੀ ਹੋਈ ਰੂਹ ਦੇ ਦਰਸ਼ਨ ਹੋ ਜਾਣ, ਕਿਸੇ ਕੋਲੋਂ ਕੋਈ ਜੁਗਤੀ ਪ੍ਰਾਪਤ ਹੋ ਸਕੇ। ਖਿੱਚ ਤਾਂ ਉਸ ਗੁਰੂ ਪਿਆਰੇ ਦੀ ਸੀ ਜੋ ਅੰਦਰੋਂ ਪੁੱਟ ਕੇ ਇੱਧਰੋਂ ਪੁੱਟ ਕੇ ਤੇ ਉੱਧਰ ਲਾ ਦੇਵੇ। ਇਸੇ ਤਾਂਗ ਵਿੱਚ ਬਾਬਾ ਜੀ ਹਿੰਦੂ ਧਰਮ ਦੇ ਪਵਿੱਤਰ ਸਥਾਨ ਰਿਸ਼ੀਕੇਸ਼, ਹਰਿਦੁਆਰ ਆਦਿ ਵਿਖੇ ਵੀ ਆਏ। ਇੱਥੇ ਬਾਬਾ ਜੀ ਨੇ ਕਈ ਸਾਧੂ ਸੰਤਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਦੀਆਂ ਵਿਚਾਰਾਂ ਸਰਵਣ ਕੀਤੀਆਂ।
ਹਰਿਦੁਆਰ ਵਿਖੇ ਹੀ ਇੱਕ ਵਾਰ ਬਾਬਾ ਜੀ ਦਾ ਮਿਲਾਪ ਇੱਕ ਨਿਰਾਹਾਰੀ ਸਾਧ ਨਾਲ ਹੋਇਆ। ਬਾਬਾ ਜੀ ਦੱਸਦੇ ਸਨ ਕਿ ਹਰਿਦੁਆਰ ਵਿਖੇ ਸਾਨੂੰ ਇੱਕ ਸਾਧੂ ਮਿਲਿਆ। ਅਸੀਂ ਉਸ ਨਾਲ ਵਚਨ ਵਿਲਾਸ ਕੀਤੇ ਤੇ ਪਰਮੇਸ਼ਰ ਦੀ ਪ੍ਰਾਪਤੀ ਦੀ ਜੁਗਤੀ ਬਾਰੇ ਪੁੱਛਿਆ। ਉਹ ਸਾਨੂੰ ਕਹਿੰਦਾ ਕਿ ਭਗਤਾ, ਮੈਂ ਨਿਰਾਹਾਰੀ ਹਾਂ, ਮੈਂ ਭੋਜਨ ਨਹੀਂ ਕਰਦਾ, ਸਮਾਧ ਨਹੀਂ ਰਹਿੰਦਾ ਹਾਂ। ਅਸੀਂ ਸੋਚਿਆ ਕਿ ਮਨਾ ਅੰਨ ਪਾਣੀ ਛੱਡਿਆ, ਜੇ ਰੱਬ ਮਿਲ ਜਾਵੇ ਤਾਂ ਕੀ ਮਹਿੰਗਾ। ਅਸੀਂ ਵੀ ਫਿਰ ਉਸ ਸਾਧੂ ਤੋਂ ਜੁਗਤੀ ਲੈ ਕੇ ਉਸ ਵਾਂਗ ਅੰਨ ਪਾਣੀ ਦਾ ਤਿਆਗ ਕਰ ਦਿੱਤਾ ਤੇ ਨਿਰਾਹਾਰੀ ਰਹਿ ਕੇ ਬੰਦਗੀ ਕਰਨ ਲੱਗ ਪਏ। ਅੰਨ ਪਾਣੀ ਦਾ ਤਿਆਗ ਕਰ ਦਿੱਤਾ ਤੇ ਨਿਰਾਹਾਰੀ ਰਹਿ ਕੇ ਬੰਦਗੀ ਕਰਨ ਲੱਗ ਪਏ। ਅੰਨ ਪਾਣੀ ਦਾ ਤਿਆਗ ਕੀਤੇ ਅਜੇ ਕੁਝ ਦਿਨ ਹੀ ਬੀਤੇ ਸਨ ਕਿ ਸਾਡਾ ਸਿਰ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ। ਸਾਡੇ ਮਨ ਅੰਦਰ ਵਿਚਾਰ ਆਈ ਕਿ ਉਹ ਸਾਧੂ ਤਾਂ ਨਿਰਾਹਾਰੀ ਰਹਿ ਕੇ ਵੀ ਦੇਹ ਕਰਕੇ ਕਾਫੀ ਤਕੜਾ ਸੀ, ਪਰ ਅਸੀਂ ਤੇ ਦਿਨਾਂ ਵਿੱਚ ਹੀ ਕਮਜ਼ੋਰ ਹੋ ਗਏ ਹਾਂ। ਵਿਚਾਰ ਬਣਿਆ ਕਿ ਕਿਉਂ ਨਾ ਸਾਧੂ ਨੂੰ ਹਰਿਦੁਆਰ ਜਾ ਕੇ ਨੁਕਤਾ ਪੁੱਛਿਆ ਜਾਵੇ। ਅਸੀਂ ਹਰਿਦੁਆਰ ਆ ਗਏ ਤੇ ਉੱਥੇ ਉਸ ਸਾਧੂ ਨੂੰ ਇੱਕ ਹੋਟਲ ਦੇ ਅੰਦਰ ਬੈਠਿਆਂ ਦੇਖਿਆ। ਅਸੀਂ ਹੋਟਲ ਦੇ ਬਾਹਰ ਖੜ ਕੇ ਦੇਖਣ ਲੱਗ ਪਏ ਉਹ ਸਾਧੂ ਕਰਦਾ ਕੀ ਹੈ। ਉਸਨੇ 2 ਕਿਲੋ ਦੁੱਧ ਗਰਮ ਕਰਵਾਇਆ, ਉਸ ਵਿੱਚ 1 ਕਿਲੋ ਖੋਏ ਦੇ ਪੇੜੇ ਮਿਲਾ ਲਏ ਤੇ ਸ਼ਕਲ ਲੱਗ ਪਿਆ। ਐਸੇ ਪਖੰਡ ਪ੍ਰਥਾਈ ਬਚਨ ਹੈ, ਜਗ ਮੈਂ ਬਖਤੇ ਦੁਦਾ ਧਾਰੀ, ਗੁਪਤੇ ਖਾਵਹਿ ਵਟਕਾ ਸਾਰੀ। ਉਹ ਸਾਧੂ ਨੂੰ ਦੋਵੇਂ ਸ਼ਕਤੀਆਂ ਦੇਖ ਕੇ ਅਸੀਂ ਉਸਦੇ ਕੋਲ ਆਏ ਤੇ ਉਸਨੂੰ ਬੇਨਤੀ ਕੀਤੀ ਕਿ ਸੰਤ ਜੀ, ਆ ਤੇ ਤੁਸੀਂ ਸਾਨੂੰ ਦੱਸ ਦਿੱਤਾ ਕਿ ਤੁਸੀਂ ਭੋਜਨ ਨਹੀਂ ਛਕਦੇ, ਪਰ ਆਹ ਨੁਕਤਾ ਤੇ ਤੁਸੀਂ ਦੱਸਿਆ ਹੀ ਨਹੀਂ ਕਿ ਤੁਸੀਂ ਦੁੱਧਾਧਾਰੀ ਹੋ। ਉਹ ਸਾਧੂ ਆਪਣੇ ਪਾਖੰਡ ਦਾ ਪਾਜ ਉਗੜਨ ਤੇ ਬੜਾ ਸ਼ਰਮਿੰਦਾ ਹੋਇਆ। ਅੰਤਰ ਲੋਭ ਝੂਠ ਅਭਿਮਾਨ, ਬਿਨ ਨਾਵੇਂ ਪਾਜ ਲਹਿਗ ਨਿਦਾਨ। ਇਹ ਹੱਡਬੀਤੀ ਬਾਬਾ ਜੀ ਨੇ ਜਦ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਨੂੰ ਸੁਣਾਈ ਤਾਂ ਬਾਬਾ ਖੜਕ ਸਿੰਘ ਜੀ ਕਹਿੰਦੇ ਕਿ ਪੁੱਤ, ਤੇਰਾ ਅੰਨ ਪਾਣੀ ਦਾ ਤਿਆਗ ਕਰਕੇ ਰੱਬ ਮਿਲ ਗਿਆ ਸੀ। ਬਾਬਾ ਜੀ ਕੁੱਲੀ ਵਾਲੇ ਕਹਿੰਦੇ ਕਿ ਪਿਤਾ ਜੀ, ਰੱਬ ਕੀ ਮਿਲਣਾ ਸੀ, ਸਾਨੂੰ ਤਾਂ ਇੰਜ ਪ੍ਰਤੀਤ ਹੋਇਆ ਕਿ ਰੱਬ ਜਿਵੇਂ ਅੰਮ੍ਰਿਤਸਰ ਜ਼ਿਲ੍ਹਾ ਹੀ ਛੱਡ ਗਿਆ ਹੋਵੇ। ਬਾਬਾ ਜੀ ਸੰਗਤ ਵਿੱਚ ਇਹ ਵਚਨ ਕਰਦੇ ਹੁੰਦੇ ਸਨ ਕਿ ਪੁੱਤ, ਅੰਨ ਨਹੀਂ ਛੱਡਣਾ, ਇਸ ਦੇਹ ਨੂੰ ਦੁੱਖ ਦੇਣ ਵਾਲੀ ਹੀ ਗੱਲ ਹੈ, ਹੋਰ ਇੰਜ ਕੁਝ ਨਹੀਂ ਮਿਲਦਾ। ਗੁਰੂ ਸਾਹਿਬ ਜੀ ਵੀ ਗੁਰਬਾਣੀ ਅੰਦਰ ਉਪਦੇਸ਼ ਕਰਦੇ ਹਨ ਕਿ ਬਹੁ ਭੇਖੀਆ ਦੇਹ ਦੁਖ ਦੀਆ, ਸੋ ਵਿਜਿਆ ਆਪਣਾ ਕੀਆ। ਅੰਨ ਨ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਪਾਇਆ। ਬਸਤਰ ਨਾ ਪਹਿਰੈ ਨਿਸ ਕਹਿਰੈ, ਮੋਣ ਵਿਗੂਤਾ ਕਿਉ ਜਾਗੇ ਗੁਰ ਬਿਨ ਸੂਤਾ। ਬਦਰੀਨਾਥ ਵਿਖੇ ਮਹਾਤਮਾ ਜੀ ਦੇ ਦਰਸ਼ਨ। ਇਸੇ ਤਰ੍ਹਾਂ ਖੋਜ ਕਰਦੇ ਹੋਏ ਬਾਬਾ ਜੀ ਬਦਰੀਨਾਥ ਵਿਖੇ ਪਹੁੰਚ ਗਏ, ਜਿੱਥੇ ਇੱਕ ਮਹਾਤਮਾ ਜੀ ਰਹਿੰਦੇ ਸਨ। ਮਹਾਤਮਾ ਜੀ ਬੜੀ ਨਿਮਰਤਾ ਗਰੀਬੀ ਵਾਲੇ ਉੱਚ ਕੋਟੀ ਦੇ ਸਾਧੂ ਸਨ। ਬਾਬਾ ਜੀ ਦਰਸ਼ਨ ਮੇਲੇ ਕਰਦੇ ਹੋਏ ਮਹਾਤਮਾ ਜੀ ਦੇ ਕੋਲ ਪਹੁੰਚੇ। ਬੜੇ ਪਿਆਰ ਸਤਿਕਾਰ ਨਾਲ ਮਹਾਤਮਾ ਜੀ ਨੂੰ ਨਮਸਕਾਰ ਕੀਤੀ ਤੇ ਦਰਸ਼ਨ ਕੀਤੇ। ਕੁਝ ਦਿਨ ਬਾਬਾ ਜੀ ਮਹਾਤਮਾ ਜੀ ਦੇ ਕੋਲ ਹੀ ਠਹਿਰੇ। ਇੱਥੇ ਬਦਰੀਨਾਥ ਦੇ ਨਜ਼ਦੀਕ ਪਹਾੜਾਂ ਵਿੱਚ ਬਾਬਾ ਜੀ ਸਮਾਧੀ ਵਿੱਚ ਬੈਠ ਜਾਂਦੇ ਤੇ ਧਿਆਨ ਸਾਧਨਾ ਕਰਦੇ। ਮਨ ਮੈਂ ਸਤਿਗੁਰੂ ਧਿਆਨ ਧਰਾ, ਦ੍ਰਿੜਿਓ ਗਿਆਨ ਮੰਤਰ ਹਰ ਨਾਮਾ, ਪ੍ਰਭ ਜੀਉ ਮਾਇਆ ਕਰਾ। ਮਹਾਤਮਾ ਜੀ ਵੀ ਬਾਬਾ ਜੀ ਦੀ ਦ੍ਰਿੜਤਾ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਮਹਾਤਮਾ ਜੀ ਦਾ ਵੀ ਬਾਬਾ ਜੀ ਨਾਲ ਬਹੁਤ ਪ੍ਰੇਮ ਬਣ ਗਿਆ। ਇੱਥੋਂ ਬਦਰੀਨਾਥ ਤੋਂ ਪਹਾੜਾਂ ਵਿੱਚੋਂ ਦੀ ਪਗਡੰਡੀ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦੀ ਸੀ। ਉਸ ਸਮੇਂ ਸਿੱਖ ਧਰਮ ਲਈ ਇਹ ਸਥਾਨ ਅਜੇ ਪ੍ਰਗਟ ਨਹੀਂ ਹੋਇਆ ਸੀ ਤੇ ਨਾ ਹੀ ਇਸ ਨੂੰ ਜਾਣ ਲਈ ਕੋਈ ਸਿੱਧਾ ਰਾਹ ਬਣਿਆ ਸੀ। ਜੰਗਲਾਂ ਦੇ ਵਿੱਚੋਂ ਪਗਡੰਡੀ ਰਾਹੀਂ ਜਾਣਾ ਪੈਂਦਾ ਸੀ ਤੇ ਰਾਹ ਵੀ ਕਿਸੇ ਨੂੰ ਨਹੀਂ ਪਤਾ ਸੀ। ਇੱਥੇ ਉੱਪਰ ਪਵਿੱਤਰ ਜਲ ਦਾ ਕੁੰਭ ਸੀ, ਜਿਸ ਦਾ ਜਲ ਇੱਥੋਂ ਦੇ ਪਹਾੜੀ ਲੋਕਾਂ ਦੀ ਬਹੁਤ ਆਸਥਾ ਰੱਖਦਾ ਸੀ। ਮਹਾਤਮਾ ਜੀ ਦੀ ਵੀ ਇਸ ਸਥਾਨ ਤੇ ਪ੍ਰਤੀ ਬੜੀ ਸ਼ਰਧਾ ਸੀ। ਕੋਈ ਹੇਮਕੁੰਟ ਦਾ ਨਾਮ ਲੈਂਦਾ ਤੇ ਮਹਾਤਮਾ ਜੀ ਨੂੰ ਚਾਅ ਚੜ੍ਹ ਜਾਂਦਾ ਸੀ। ਮਹਾਤਮਾ ਜੀ ਅਕਸਰ ਹੀ ਉਸ ਪਗਡੰਡੀ ਰਾਹੀਂ ਹੇਮਕੁੰਟ ਦੇ ਸਥਾਨ ਤੇ ਆਉਂਦੇ ਰਹਿੰਦੇ ਸਨ। ਬਾਬਾ ਜੀ ਨੂੰ ਪਤਾ ਲੱਗਾ ਕਿ ਮਹਾਤਮਾ ਜੀ ਹੇਮਕੁੰਟ ਦਾ ਰਸਤਾ ਜਾਣਦੇ ਹਨ। ਬਾਬਾ ਜੀ ਨੇ ਇੱਕ ਦਿਨ ਮਹਾਤਮਾ ਜੀ ਨੂੰ ਹੇਮਕੁੰਟ ਦੇ ਸਥਾਨ ਦੇ ਦਰਸ਼ਨ ਮੇਲੇ ਕਰਾਉਣ ਲਈ ਬੇਨਤੀ ਕੀਤੀ। ਹੇਮਕੁੰਟ ਦਾ ਨਾਮ ਸੁਣਦੇ ਹੀ ਮਹਾਤਮਾ ਜੀ ਨੂੰ ਚਾਅ ਚੜ੍ਹ ਗਿਆ। ਜੋ ਬਚਨ ਵੀ ਹੈ ਕਿ ਸੱਚਾ ਸਲਾਹਣਾ ਸੱਚੇ ਥਾਨ ਪਿਆਰ। ਮਹਾਤਮਾ ਜੀ ਬਾਬਾ ਜੀ ਨੂੰ ਹੇਮਕੁੰਟ ਦੀ ਪਾਵਨ ਧਰਤੀ ਦੇ
ਦਰਸ਼ਨ ਕਰਾਉਣ ਲਈ ਝੜ ਤਿਆਰ ਹੋ ਗਏ। ਮਹਾਤਮਾ ਜੀ ਬਾਬਾ ਜੀ ਨੂੰ ਨਾਲ ਲੈ ਕੇ ਫਿਰ ਪਹਾੜਾਂ ਵਿੱਚ ਦੀ ਪਗਡੰਡੀ ਰਾਹੀਂ ਹੇਮਕੁੰਟ ਦੀ ਪਾਵਨ ਧਰਤੀ ਤੇ ਆਏ। ਸ੍ਰੀ ਹੇਮਕੁੰਟ ਸਾਹਿਬ ਦੀ ਧਰਤੀ ਨੂੰ ਨਤਮਸਤਕ। ਇਸ ਤਰ੍ਹਾਂ ਪਹਾੜਾਂ ਵਿੱਚੋਂ ਹੁੰਦੇ ਹੋਏ ਬਾਬਾ ਜੀ ਉਸ ਸਥਾਨ ਤੇ ਵੀ ਪਹੁੰਚ ਗਏ ਜਿਸ ਨੇ ਭਵਿੱਖ ਵਿੱਚ ਸਿੱਖ ਸੰਗਤ ਲਈ ਇੱਕ ਮਹਾਨ ਤੀਰਥ ਸਥਾਨ ਬਣ ਕੇ ਪ੍ਰਗਟ ਹੋਣਾ ਸੀ। ਬਾਬਾ ਜੀ ਦੱਸਦੇ ਹੁੰਦੇ ਸਨ ਕਿ ਅਸੀਂ ਉਸ ਸਮੇਂ ਸ੍ਰੀ ਹੇਮਕੁੰਟ ਸਾਹਿਬ ਵਿਖੇ 18 ਦਿਨ ਲਛਮਣ ਮੰਦਿਰ ਵਿਖੇ ਰਹੇ। ਸਿੱਖ ਸੰਗਤ ਲਈ ਭਾਵੇਂ ਇਸ ਸਥਾਨ ਤੋਂ ਪ੍ਰਗਟ ਨਹੀਂ ਸੀ ਹੋਇਆ, ਪਰ ਇਸ ਸਥਾਨ ਤੇ ਜੋ ਸਰੋਵਰ ਸੀ ਉਹ ਇੱਥੋਂ ਦੇ ਪਹਾੜੀ ਲੋਕਾਂ ਦੀ ਬੜੀ ਧਾਰਮਿਕ ਆਸਥਾ ਰੱਖਦਾ ਸੀ। ਉਹਨਾਂ ਨੇ ਇਸ ਜਗ੍ਹਾ ਤੇ ਲਛਮਣ ਜੀ ਦਾ ਮੰਦਿਰ ਬਣਾਇਆ ਹੋਇਆ ਸੀ। ਉਹ ਹਿੰਦੂ ਧਰਮ ਦੇ ਪਵਿੱਤਰ ਦਿਹਾੜਿਆਂ ਤੇ ਇੱਥੇ ਪੂਜਾ ਕਰਨ ਲਈ ਆਉਂਦੇ ਸਨ। ਮਹਾਤਮਾ ਜੀ ਬਾਬਾ ਜੀ ਨੂੰ ਇਸ ਸਥਾਨ ਤੇ ਲੈ ਕੇ ਆਏ। ਕੁਝ ਸਮਾਂ ਮਹਾਤਮਾ ਜੀ ਤੇ ਬਾਬਾ ਜੀ ਇਸ ਸਥਾਨ ਤੇ ਰੁਕੇ ਤੇ ਫਿਰ ਮਹਾਤਮਾ ਜੀ ਨੇ ਵਾਪਸ ਜਾਣ ਲਈ ਬਾਬਾ ਜੀ ਨੂੰ ਕਿਹਾ। ਬਾਬਾ ਜੀ ਮਹਾਤਮਾ ਜੀ ਨੂੰ ਕਹਿੰਦੇ ਕਿ ਅਸੀਂ ਕੁਝ ਦਿਨ ਇਸ ਸਥਾਨ ਤੇ ਹੀ ਰਹਿਣਾ ਚਾਹੁੰਦੇ ਹਾਂ। ਮਹਾਤਮਾ ਜੀ ਸਤ ਭਜਨ ਕਰਕੇ ਵਾਪਸ ਆ ਗਏ। ਬਾਬਾ ਜੀ ਲਛਮਣ ਮੰਦਿਰ ਵਿਖੇ ਟਿਕਾਣਾ ਕਰ ਲਿਆ। ਬਾਬਾ ਜੀ 18 ਦਿਨ ਇਸ ਮੰਦਿਰ ਵਿਖੇ ਹੀ ਰਹੇ। ਬਾਬਾ ਜੀ ਨੇ ਛੋਲਿਆਂ ਦੇ ਦਾਣੇ ਰੱਖੇ ਹੋਏ ਸਨ ਜੋ ਸਰੀਰ ਦੀ ਲੋੜ ਮੁਤਾਬਕ ਛਕ ਲੈਂਦੇ ਸਨ ਤੇ ਜਲ ਸਰੋਵਰ ਤੋਂ ਛਕ ਲੈਂਦੇ ਸਨ। 8 ਪਹਿਰ ਪਰਮੇਸ਼ਰ ਦੇ ਸਿਮਰਨ ਵਿੱਚ ਧਿਆਨ ਲਾ ਕੇ ਬੈਠੇ ਰਹਿੰਦੇ ਸਨ। ਬਾਬਾ ਜੀ ਮੰਦਿਰ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਕਰ ਰਹੇ ਸਨ ਤਾਂ ਇੱਕ ਦਿਨ ਮੰਦਿਰ ਦੇ ਪੁਜਾਰੀ ਆ ਗਏ। ਉਸ ਦਿਨ ਉਹਨਾਂ ਦਾ ਕੋਈ ਧਾਰਮਿਕ ਦਿਹਾੜਾ ਸੀ। ਉਹ ਪੁਜਾਰੀ ਆ ਕੇ ਬਾਬਾ ਜੀ ਨੂੰ ਗੁੱਸੇ ਨਾਲ ਕਹਿਣ ਲੱਗੇ ਕਿ ਤੁਸੀਂ ਮੰਦਿਰ ਦੇ ਅੰਦਰ ਕਿਉਂ ਆਏ ਹੋ? ਤੁਸੀਂ ਸਾਡਾ ਮੰਦਿਰ ਅਪਵਿੱਤਰ ਕਰ ਦਿੱਤਾ ਹੈ। ਉਹਨਾਂ ਨੇ ਹੋਰ ਵੀ ਬੋਲੇ ਪਰ ਉਹ ਕੀ ਜਾਣਦੇ ਸਨ ਕਿ ਹੋਆ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਮਤੇ ਪੂਜਿਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੂਲ ਜਾਏ ਚੌਕੇ ਪਿਟੇ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ। ਬਾਬਾ ਜੀ ਭਜਨ ਕਰਦੇ ਹੁੰਦੇ ਸਨ ਕਿ ਪੁੱਤ ਇਹ ਉੱਚੀਆਂ ਨੀਵੀਆਂ ਜਾਤਾਂ ਦੇ ਨਾਲ ਕਿਸੇ ਦਾ ਚੌਂਕਾ ਨਹੀਂ ਪਿੱਟਿਆ ਜਾਂਦਾ। ਚੌਂਕਾ ਤਾਂ ਪਿੱਟਿਆ ਜਾਂਦਾ ਹੈ ਬੰਦੇ ਦੀ ਮਾੜੀ ਨੀਅਤ ਨਾਲ, ਉਸ ਦੇ ਅੰਦਰਲੇ ਵਿਕਾਰਾਂ ਨਾਲ। ਬਾਹਰ ਸੁਸ਼ੀਲ ਤੇ ਮਨ ਕੁਚੀਲ, ਇਹ ਰੱਬ ਦੇ ਘਰ ਪ੍ਰਵਾਨ ਨਹੀਂ। ਰੱਬ ਦੇ ਘਰ ਤਾਂ ਉਹੀ ਪ੍ਰਵਾਨ ਹੈ ਜਿਨ੍ਹਾਂ ਦਾ ਜੀਉ ਨਿਰਮਲ ਹੈ। ਜੀਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਕਾ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਭਗਤ ਨਾਹੀ ਮਨਸਾ ਸੱਚ ਸਮਾਣੀ। ਉਹਨਾਂ ਦੀ ਤੇ ਜਾਤ ਪਾਤ ਸਭ ਉੱਤਮ ਹੈ ਜੋ ਵਾਹਿਗੁਰੂ ਸ਼ਬਦ ਦਾ ਹਿਰਦੇ ਅੰਦਰ ਜਾਪ ਕਰਦੇ ਹਨ। ਨੀਚ ਤਾਂ ਉਹ ਹਨ ਜੋ ਚਿੱਤ ਸਿਮਰਨ ਵਿੱਚ ਨਹੀਂ ਜੋੜਦੇ। ਭਗਤ ਰਤੇ ਸੇ ਉਤਮਾ ਜਤ ਪਤ ਸਭ ਦੇ ਹੋਏ ਬਿਨ ਨਾਵੇ ਸਭ ਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ। ਉਹਨਾਂ ਪੁਜਾਰੀਆਂ ਨੇ ਬੋਲ ਕਬੋਲ ਬੋਲੇ ਤਾਂ ਬੜੀ ਨਿਮਰਤਾ ਦੇ ਨਾਲ ਬਾਬਾ ਜੀ ਉਹਨਾਂ ਪੁਜਾਰੀਆਂ ਨੂੰ ਕਹਿਣ ਲੱਗੇ ਕਿ ਮਹਾਂਪੁਰਸ਼ੋ ਜੇ ਸਾਡੇ ਰਹਿਣ ਨਾਲ ਮੰਦਿਰ ਪਵਿੱਤਰ ਹੋ ਗਿਆ ਏ ਤਾਂ ਅਸੀਂ ਹੁਣ ਸਰੋਵਰ ਦੇ ਜਲ ਨਾਲ ਇਸ ਨੂੰ ਧੋ ਕੇ ਸੁੱਚਾ ਕਰ ਦਿੰਦੇ ਹਾਂ। ਬੜੀ ਨਿਮਰਤਾ ਗਰੀਬੀ ਵਿੱਚ ਉਹਨਾਂ ਪੁਜਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ। ਇਤਨੀ ਨਿਮਰਤਾ ਹੋਣੀ ਇਹ ਸਿਮਰਨ ਦੀ ਕਮਾਈ ਸੀ। ਗੁਰਪਾਕ ਵੀ ਹੈ ਹਰ ਹਾਰ ਕੰਠ ਜਿਨ ਪਹਿਰਿਆ ਗੁਰ ਚਰਣੀ ਚਿਤ ਲਾਏ ਤਿਨਾ ਪਿਛੈ ਰਿਦ ਸਿਧ ਫਿਰੈ ਉਹਨਾਂ ਤਿਲ ਨਾ ਤਮਾਏ। ਰਿੱਧੀਆਂ ਸਿੱਧੀਆਂ ਦੇ ਮਾਲਕ ਪਰ ਦਿਲ ਵੀ ਜਲਾਉਂਦੇ ਨਹੀਂ। ਦਿਲ ਜਿੰਨਾ ਵੀ ਮਾਣ ਨਹੀਂ ਕਰਦੇ। ਪਰ ਪੁਜਾਰੀ ਵੀ ਆਪਣੇ ਗਿਆਨ ਦੀ ਸੀਮਾ ਵਿੱਚ ਬੱਝੇ ਹੋਏ ਸਨ। ਉਹਨਾਂ ਨੇ ਆਪਣੀ ਕਠੋਰਤਾ ਨਹੀਂ ਛੱਡੀ ਤੇ ਗੁੱਸੇ ਵਿੱਚ ਬਾਬਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਹੁਣ ਬਸ ਇੱਥੋਂ ਚਲੇ ਜਾਓ, ਅਸੀਂ ਆਪ ਹੀ ਮੰਦਰ ਨੂੰ ਜਲ ਨਾਲ ਧੋ ਲੈਂਦੇ ਹਾਂ। ਬਾਬਾ ਜੀ ਫਿਰ ਮੰਦਰ ਨੂੰ ਛੱਡ ਕੇ ਵਾਪਸ ਆ ਗਏ। ਮਹਾਤਮਾ ਜੀ ਨੂੰ ਜਦ ਪਤਾ ਲੱਗਾ ਕਿ ਪੁਜਾਰੀਆਂ ਨੇ ਬਾਬਾ ਜੀ ਨਾਲ ਅਜਿਹਾ ਵਤੀਰਾ ਕੀਤਾ ਹੈ ਤਾਂ ਮਹਾਤਮਾ ਜੀ ਨੇ ਪੁਜਾਰੀਆਂ ਨਾਲ ਬੜੀ ਨਾਰਾਜ਼ਗੀ ਕੀਤੀ ਕਿ ਉਹਨਾਂ ਨੂੰ ਬਾਬਾ ਜੀ ਦੇ ਨਾਲ ਅਜਿਹਾ ਵਤੀਰਾ ਕਰਨ ਦੀ ਝਾੜ ਪਾਈ। ਮਹਾਤਮਾ ਜੀ ਫਿਰ ਬਾਬਾ ਜੀ ਨੂੰ ਬਦਰੀਨਾਥ ਵਿਖੇ ਲੈ ਕੇ ਆਏ। ਬਾਬਾ ਜੀ ਦੀ ਲੰਗਰ ਪਾਣੀ ਨਾਲ ਬਹੁਤ ਸੇਵਾ ਕੀਤੀ।
ਮਹਾਤਮਾ ਜੀ ਨੇ ਬਾਬਾ ਜੀ ਨੂੰ ਕੋਈ ਦਿਨ ਬਦਰੀਨਾਥ ਵਿਖੇ ਉਹਨਾਂ ਦੇ ਕੋਲ ਠਹਿਰਨ ਦੀ ਬੇਨਤੀ ਕੀਤੀ। ਬਾਬਾ ਜੀ ਫਿਰ 13 ਦਿਨ ਮਹਾਤਮਾ ਜੀ ਦੇ ਕੋਲ ਰਹੇ। ਮਹਾਤਮਾ ਜੀ ਨੇ ਬਾਬਾ ਜੀ ਦਾ ਬਹੁਤ ਆਦਰ ਸਤਿਕਾਰ ਕੀਤਾ। ਇਹ ਦੇਖ ਕੇ ਕੁਝ ਪਹਾੜੀ ਲੋਕ ਵੀ ਬਾਬਾ ਜੀ 'ਚ ਸ਼ਰਧਾ ਰੱਖਣ ਲੱਗ ਪਏ ਤੇ ਉਹ ਵੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਆਉਣ ਲੱਗ ਪਏ। ਬਾਬਾ ਜੀ ਵੀ ਬਦਰੀਨਾਥ ਵਿਖੇ ਫਿਰ ਜਾਂਦੇ ਰਹਿੰਦੇ ਸਨ ਤੇ ਮਹਾਤਮਾ ਜੀ ਦੇ ਕੋਲ ਹਾਜ਼ਰੀ ਭਰਦੇ ਸਨ। ਇੱਥੋਂ ਵੀ ਮਹਾਤਮਾ ਜੀ ਦੀ ਸੰਗਤ ਵਿੱਚ ਬਾਬਾ ਜੀ ਨੇ ਬਹੁਤ ਧਿਆਨ ਸਾਧਨਾ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।